सुनो सुनामा पाठ पढ़ावा, आओ बच्चों सुनो सुनावा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी हिंदी समाजिक पढ़ लो सारी। चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआपा रेडियो। प्यारे विद्यार्थियों, मैं इंद्रप्रीत सिंह धामी सरकारी सैकेंडरी स्कूल दुबली ਜ਼ਿਲ੍ਹਾ ਤਰਨਤਾਰਨ ਤੋਂ ਅੱਜ ਆਪਾਂ ਜਮਾਤ 7ਵੀਂ ਦੇ ਵਿੱਚ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਲੱਗੀ ਕਹਾਣੀ ਮੋਤੀ ਪੜ੍ਹਾਂਗੇ। ਇਸ ਕਹਾਣੀ ਦੇ ਲੇਖਕ ਨੇ ਪ੍ਰਿੰਸੀਪਲ ਸੁਜਾਨ ਸਿੰਘ। ਬੇਟਾ, ਇਹ ਕਹਾਣੀ ਪੜ੍ਹਨ ਤੋਂ ਪਹਿਲਾਂ ਥੋੜ੍ਹਾ ਜਿਹਾ ਜ਼ਿਕਰ ਕਰ ਲਈਏ ਕਿ ਆਪਾਂ ਘਰਾਂ ਦੇ ਵਿੱਚ ਬਹੁਤ ਸਾਰੇ ਪਾਲਤੂ ਜਾਨਵਰ ਰੱਖਦੇ ਹਾਂ। ਪੰਜਾਬ ਅਜਿਹਾ ਸੂਬਾ ਹੈ, ਮੱਝਾਂ ਗਾਵਾਂ ਭੇਡਾਂ ਬੱਕਰੀਆਂ ਅਜਿਹੇ ਜੀਵ ਤਾਂ ਘਰਾਂ ਵਿੱਚ ਹੁੰਦੇ ਨੇ, ਔਰ ਕੁੱਤੇ ਬਿੱਲੀਆਂ ਜਾਂ ਹੋਰ ਪੰਛੀ ਵੀ ਪਾਲਣੇ ਸਾਡੇ ਸ਼ੌਂਕ ਵਿੱਚ ਸ਼ਾਮਲ ਆ। ਬੰਦਾ ਇਹਨਾਂ ਨਾਲ ਬਹੁਤ ਮੋਹ ਕਰਦਾ ਹੈ, ਇਹਨਾਂ ਦੇ ਨਾਲ ਇੰਨਾ ਮੋਹ ਆ ਕਿ ਇੱਕ ਰਿਸ਼ਤਾ ਬਣ ਜਾਂਦਾ ਹੈ। ਇਹ ਕਹਾਣੀ ਵੀ ਕੁਝ ਇਸ ਪ੍ਰਕਾਰ ਦੇ ਹੀ ਇੱਕ ਜੀਵ ਬਾਰੇ ਆ, ਉਸਦਾ ਨਾਂ ਹੈ ਮੋਤੀ। ਕਹਾਣੀ ਪੜ੍ਹਦੇ ਹਾਂ ਅਤੇ ਕਹਾਣੀ ਦੇ ਵਿਚਲੇ ਜਿਹੜੇ ਉਹ ਜਾਨਵਰ ਪ੍ਰਤੀ ਬੱਚੇ ਦਾ ਮੋਹ ਆ ਜਾਂ ਉਸਦੇ ਹੋਰ ਬਾਕੀ ਪਰਿਵਾਰ ਮੈਂਬਰਾਂ ਦਾ ਮੋਹ ਆ ਅਤੇ ਅੱਗੋਂ ਜਾਨਵਰ ਦਾ ਵੀ ਮੋਹ ਆ, ਉਹ ਇਸ ਕਹਾਣੀ ਰਾਹੀਂ ਬੜੇ ਹੀ ਵਧੀਆ ਤਰੀਕੇ ਨਾਲ ਸਾਡੇ ਸਾਹਮਣੇ ਦਿਖਾਈ ਦਿੰਦਾ ਹੈ, ਸਾਨੂੰ ਉਸ ਦਾ ਅਹਿਸਾਸ ਕਰਾਉਂਦਾ ਹੈ। ਲੇਖਕ ਦੱਸਦਾ ਹੈ, ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਇਹ ਪਿਸ਼ਤੀ ਨਜ਼ਰੋਂ ਸੀ, ਕੰਨਾਂ ਤੋਂ ਫੜ ਕੇ ਚੁੱਕਿਆ ਵੀ ਨਹੀਂ ਸੀ ਚੂਕਦਾ। ਪਿਤਾ ਜੀ ਨੇ ਮੇਰੇ ਮਗਰ ਪੈਣ 'ਤੇ ਮੈਨੂੰ ਉਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ। ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ, ਮੈਂ ਵੀ ਨਾਲ ਸਾਂ। ਕਾਊਚ ਦੇ ਹੇਠੋਂ ਕੋਈ ਕੂਲੀ ਕੂਲੀ ਚੀਜ਼ ਮੈਨੂੰ ਛੂਹੀ। ਕਾਊਚ ਮੀਨਜ਼ ਇੱਕ ਸੋਫਾ ਜਿਹੜਾ ਉਹਨਾਂ ਦੇ ਘਰ ਬੈਠਾ ਹੋਏਗਾ। ਮੈਂ ਥੱਲੇ ਦੇਖਿਆ ਅਤੇ ਡਰਿਆ। ਇਹ ਇੱਕ ਕੁੱਤੇ ਦੀ ਬੂਥੀ ਸੀ। ਪਿਤਾ ਜੀ ਦੇ ਦੋਸਤ ਨੇ ਕਿਹਾ, ਡਰਨਾ ਬੱਚਾ, ਇਹ ਵੱਢਦਾ ਨਹੀਂ। ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ। ਮੈਂ ਉਸ ਨਾਲ ਚੰਪਕ ਕੁੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ। ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ, ਕੀ ਗੱਲ ਹੈ ਬੇਟਾ, ਉਦਾਸ ਕਿਉਂ ਹੈ? ਮੈਂ ਉਸ ਵੱਲ ਬਿਨਾਂ ਦੇਖਿਆਂ ਅਤੇ ਬਿਨਾਂ ਉੱਤਰ ਦਿੱਤਿਆਂ ਪਿਤਾ ਜੀ ਵੱਲ ਬੜੀ ਮਿਠਾਸ ਅਤੇ ਅਰਜ਼ੋਈ ਭਰੀ ਨਜ਼ਰ ਨਾਲ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ। ਪਿਤਾ ਜੀ ਨੇ ਅੱਖ ਦੀ ਬੇਮਲੂਮ ਘੂਰੀ ਦਿੱਤੀ ਅਤੇ ਮੈਂ ਸਹਿਮ ਗਿਆ। ਪਿਤਾ ਜੀ ਦੇ ਮਿੱਤਰ ਨੇ ਕਿਹਾ, ਦੋਸਤ, ਇਹ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਾਰਾਜ਼ ਅਤੇ ਉਦਾਸ ਨਹੀਂ ਦੇਖਣਾ ਚਾਹੁੰਦਾ। ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ, ਬੇਟਾ ਤੂੰ ਮੋਤੀ ਲੈਣਾ ਹੈ? ਜਾਂ ਲੈ ਜਾ ਬੀਬਾ ਪੁੱਤਰ। ਮੈਨੂੰ ਚੇਤਾ ਹੈ, ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਤੜਪ ਕੇ ਸਨ। ਉਹਨਾਂ ਦਾ ਚਿਹਰਾ ਉਦਾਸ ਹੋ ਗਿਆ ਸੀ, ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪੱਟੇ ਵਿੱਚ ਪਾਈ ਅਤੇ ਮੇਰੇ ਹੱਥ ਫੜਾ ਦਿੱਤੀ। ਮੋਤੀ ਹੈਰਾਨ ਸੀ, ਸ਼ਾਇਦ ਸੋਚ ਰਿਹਾ ਹੋਵੇ ਕਿ 2 ਘੜੀ ਦੀ ਪ੍ਰੀਤ ਲਈ ਉਮਰ ਕੈਦ। ਮੋਤੀ ਮੁੜ ਮੁੜ ਆਪਣੇ ਮਾਲਕ ਵੱਲ ਦੇਖਦਾ ਸੀ, ਪਰ ਉਸਦੇ ਕਹਿਣ 'ਤੇ ਕੀ, ਜਾ ਮੋਤੀ, ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ। ਉਹ ਮੇਰੇ ਨਾਲ ਤੁਰ ਪਿਆ। ਉਸ ਵੇਲੇ ਪੱਪੀ, ਮੋਤੀ ਦੀ ਮਾਂ, ਅੰਦਰੋਂ ਨਿਕਲ ਆਈ ਅਤੇ ਸਾਡੇ ਨਾਲ ਤੁਰਨ ਲੱਗ ਪਈ। ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ। ਪੱਪੀ ਮਾਲਕ ਦੇ ਇਸ਼ਾਰੇ ਨਾਲ ਮਨ ਮਾਰ ਕੇ ਵਾਪਸ ਮੁੜ ਗਈ। ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਅਤੇ ਅਸੀਂ ਆਪਣੇ ਘਰ ਪਹੁੰਚੇ। ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇਖ ਕੇ ਪਿਤਾ ਜੀ ਨੂੰ ਕਿਹਾ, ਤੁਸੀਂ ਫਿਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ? ਪਿਤਾ ਜੀ ਨੇ ਉੱਤਰ ਦਿੱਤਾ, ਕਾਕੇ ਦੀ ਮਾਂ, ਕਾਕੇ ਨੂੰ ਇਹ ਚੰਗਾ ਲੱਗਾ ਸੀ, ਪਰਸ਼ੋਤਮ ਬਾਬੂ ਨੇ ਇਹ ਦੇ ਦਿੱਤਾ। ਮਾਤਾ ਜੀ ਨੇ ਹੋਰ ਕੁਝ ਨਾ ਕਿਹਾ। ਕਿੰਨਾ ਚਿਰ ਮੋਤੀ ਅਫਸੋਸਿਆ ਰਿਹਾ। ਉਹ ਕੁਝ ਨਹੀਂ ਸੀ ਖਾਂਦਾ। ਦੁੱਧ ਦਾ ਪਿਆਲਾ ਸਵੇਰ ਤੋਂ ਸ਼ਾਮ ਤੱਕ ਪਿਆ ਰਹਿੰਦਾ ਸੀ। ਪਿਤਾ ਜੀ ਦੀਆਂ ਅੱਖਾਂ ਵਿੱਚ ਵੀ ਕੋਈ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ। ਮੈਂ ਪਿਤਾ ਜੀ ਨੂੰ ਇੱਕ ਦਿਨ ਇਹ ਕੁੱਤਾ ਮੋੜ ਆਉਣ ਲਈ ਕਿਹਾ।
ਪਰ ਪਿਤਾ ਜੀ ਦਾ ਮਨ ਨਾ ਮੰਨੇ, ਸਗੋਂ ਉਹ ਉੱਠ ਕੇ ਮੋਤੀ ਨੂੰ ਪਿਆਰ ਕਰਨ ਲੱਗ ਪਏ। ਮੋਤੀ ਪਿਤਾ ਜੀ ਦੇ ਹੱਥਾਂ ਨੂੰ ਚੱਟਣ ਲੱਗ ਪਿਆ। ਪਿਤਾ ਜੀ ਨੇ ਨੌਕਰਾਣੀ ਨੂੰ ਤਾਜ਼ਾ ਦੁੱਧ ਲਿਆਉਣ ਦਾ ਹੁਕਮ ਦਿੱਤਾ। ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਆਇਆ ਤਾਂ ਉਹ ਅੱਧ ਪਚੱਦਾ ਪੀ ਗਿਆ। ਉਸ ਦਿਨ ਤੋਂ ਮੋਤੀ ਫਿਰ ਮੇਰੇ ਨਾਲ ਖੇਡਣ ਲੱਗ ਪਿਆ। ਹੌਲੀ ਹੌਲੀ ਉਸ ਦੀ ਸੰਗਲੀ ਖੁੱਲ੍ਹ ਜਾਣ ਲੱਗ ਪਈ ਤੇ ਉਹ ਘਰ ਦਾ ਵਿਸ਼ਵਾਸੀ ਬਣ ਗਿਆ। ਜਦੋਂ ਕਦੇ ਉਹ ਮੇਰੇ ਸਕੂਲ ਜਾਣ ਦੇ ਸਮੇਂ ਖੁੱਲ੍ਹਾ ਹੁੰਦਾ, ਉਹ ਮੇਰੇ ਮਗਰ ਦੱਬੇ ਪੈਰੀ ਤੁਰ ਪੈਂਦਾ ਸੀ ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਵਾਂ। ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ ਸਨ। ਜੇ ਉਹ ਕਿਸੇ ਦਾ ਮੂੰਹ ਚੱਟ ਲੈਂਦਾ ਸੀ ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣ ਜਾਣਾ ਪੈਂਦਾ ਸੀ। ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿੱਚ ਲੈ ਕੇ ਨੱਸ ਉੱਠਦਾ ਤੇ ਗੇਂਦ ਮੇਰੇ ਹੱਥ ਵਿੱਚ ਫੜਾ ਕੇ ਹੀ ਸਾਹ ਲੈਂਦਾ ਸੀ। ਇੱਕ ਦਿਨ ਸਾਡੇ ਮਾਸਟਰ ਜੀ ਕੁੱਤੇ ਨੂੰ ਜਮਾਤ ਵਿੱਚ ਦੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜੇ। ਮੋਤੀ ਕੋਈ ਉਹਨਾਂ ਦਾ ਵਿਦਿਆਰਥੀ ਥੋੜ੍ਹਾ ਸੀ ਜੋ ਉਹਨਾਂ ਦਾ ਰੂਪ ਚੱਲ ਲੈਂਦਾ। ਉਸ ਨੇ ਵੱਧ ਕੇ ਇੱਕ ਕੁਰਕੀ ਸੁਣਾਈ ਤੇ ਨਾਲ ਹੀ ਚਿੱਟੇ ਦੰਦ ਦਿਖਾਏ। ਫਿਰ ਉਹ ਮੇਰੇ ਬੈਂਚ ਹੇਠ ਵੜ ਗਿਆ। ਇਹ ਕੁੱਤਾ ਤੇਰਾ ਹੈ? ਮਾਸਟਰ ਜੀ ਨੇ ਹਿੰਦੀ ਦੇ ਸ਼ਬਦਾਂ ਨੂੰ ਇਵੇਂ ਲਮਕਾਇਆ ਪੁੱਛਿਆ। ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ। ਮੈਂ ਡਰਦਿਆਂ ਮਾਸਟਰ ਜੀ ਨੂੰ ਕਿਹਾ, ਇਹ ਕੁੱਤਾ ਮੇਰਾ ਹੀ ਹੈ। ਉਹਨਾਂ ਉਸੇ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰੇ ਛੱਡ ਆਵਾਂ। ਮੈਨੂੰ ਉਸ ਦਿਨ 1 ਘੰਟੇ ਦੀ ਛੁੱਟੀ ਮਿਲ ਗਈ। ਮੈਂ ਬੜਾ ਖੁਸ਼ ਹਾਂ, ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੁੜਦਿਆਂ ਸਾਰ ਸੇਵੀਆਂ ਦਾ ਸਵਾਦ ਚਖਾਉਣਾ ਹੈ। ਇਹ ਮਾਸਟਰ ਜੀ ਚਪੇੜਾ ਮਾਰਨ ਨੂੰ ਵੀ ਸੇਵੀਆਂ ਦਾ ਸਵਾਦ ਆਖਦੇ ਹੁੰਦੇ ਹਨ। ਘਰ ਜਾ ਕੇ ਮੈਂ ਚਪੇੜਾਂ ਦੀ ਕਹਾਣੀ ਮਾਂ ਨੂੰ ਸੁਣਾਈ, ਪਰ ਮਾਤਾ ਜੀ ਨਾਲੋਂ ਮੈਨੂੰ ਮੋਤੀ ਬਹੁਤ ਗੌਰ ਨਾਲ ਸੁਣਦਾ ਦਿਖਾਈ ਦਿੰਦਾ ਸੀ। ਮੈਂ ਉਂਗਲ ਕਰਕੇ ਉਸ ਵੱਲ ਇਸ਼ਾਰਾ ਕਰਦਿਆਂ ਕਹਿ ਰਿਹਾ ਸਾਂ, ਅੱਛਾ ਬੱਚੂ, ਮੈਨੂੰ ਮਾਰ ਪਵਾਈ? ਕਿ ਉਹ ਮੇਰੇ ਕੋਲ ਆ ਕੇ ਲੇਟ ਗਿਆ ਤੇ ਪੂਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ। ਖਬਰੇ ਉਹ ਮੈਨੂੰ ਕਹਿ ਰਿਹਾ ਸੀ ਕਿ ਮਿੱਤਰ, ਆਪਣੇ ਵੰਡੇ ਦਾ ਮੈਨੂੰ ਮਾਰ ਲੈ। ਉਸ ਤੋਂ ਮਗਰੋਂ ਉਸਨੇ ਸਕੂਲ ਜਾਣ ਦੀ ਇੱਕ ਵਾਰ ਕੋਸ਼ਿਸ਼ ਕੀਤੀ। ਮੈਨੂੰ ਉਦੋਂ ਤੋਂ ਹੀ ਪਤਾ ਲੱਗ ਗਿਆ ਕਿ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ। ਉਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ। ਮੈਂ ਗੁੱਸੇ ਵਿੱਚ ਆ ਕੇ ਕਿਹਾ, ਨੱਠ ਜਾ ਮੋਤੀ, ਨਹੀਂ ਤੇ ਮੈਂ ਮਾਰਾਂਗਾ। ਮੋਤੀ ਸੱਚੀ ਮੁੱਚੀ ਉੱਠ ਦੌੜਿਆ। ਮੈਨੂੰ ਬੜਾ ਅਫਸੋਸ ਲੱਗਾ। ਮਤੇ ਮੇਰਾ ਮਿੱਤਰ ਗੁਆਚ ਜਾਵੇ। ਸਕੂਲ ਦੀ ਟੱਲੀ ਵੱਜਣ ਵਾਲੀ ਸੀ। ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿੱਤਾ। ਮੇਰਾ ਖਿਆਲ ਮੋਤੀ ਵੱਲ ਹੀ ਲੱਗਾ ਰਿਹਾ। ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਧੀ। ਸਾਰੀ ਛੁੱਟੀ ਮਗਰੋਂ ਜਦ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿੱਚ ਮਿਲਿਆ ਤੇ ਮੇਰੇ ਨਾਲ ਕੋਠੇ ਤੇ ਗਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਕੁਝ ਲੱਭਾ ਹੈ? ਮਾਤਾ ਨੇ ਜਾਂਦਿਆਂ ਹੀ ਪੁੱਛਿਆ। ਮੋਤੀ ਗੁਆ ਚੱਲਿਆ ਸੀ। ਉਹ ਲੱਭ ਪਿਆ ਹੈ। ਉਹ ਤੇ ਸਾਰਾ ਦਿਨ ਰੱਸੀਆਂ ਨਾਲ ਖੇਡਦਾ ਰਿਹਾ ਹੈ। ਮਾਤਾ ਜੀ ਨੇ ਨੌਕਰਾਣੀ ਵੱਲ ਇਸ਼ਾਰਾ ਕਰਕੇ ਕਿਹਾ। ਉਸ ਵੇਲੇ ਮੈਨੂੰ ਕੁੱਤੇ ਦਾ ਇਸ ਡਬਲ ਰੋਲ ਦਾ ਪਤਾ ਨਾ ਲੱਗਾ। ਮੋਤੀ ਵਿੱਚ ਬੜੇ ਗੁਣ ਸਨ। ਘਰ ਦੀ ਰਾਖੀ ਕਰਦਾ ਸੀ, ਦੂਰ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ, ਸਿਟ ਡਾਊਨ ਕਿਹਾ ਅਗਲੇ ਦੋਵੇਂ ਪੰਜੇ ਕੰਗਾਰੂ ਵਾਂਗ ਬੈਠ ਜਾਂਦਾ ਸੀ ਤੇ ਹਨੇਰੀਆਂ ਰਾਤਾਂ ਵਿੱਚ ਕਈ ਵਾਰੀ ਸੋਟੇ ਨਾਲ ਲਮਕਾਈਆਂ 2 ਨਿੱਕੀਆਂ ਲਾਲਟੈਨਾਂ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤਿਆਂ ਤੇ ਚਾਨਣ ਕਰਦਾ ਹੁੰਦਾ ਸੀ। ਪਿਤਾ ਜੀ ਉਸ ਦੀ ਕਦਰ ਉਦੋਂ ਤੋਂ ਹੋਰ ਵੀ ਬਹੁਤ ਕਰਨ ਲੱਗ ਪਏ ਸਨ ਜਦੋਂ ਉਸ ਨੇ ਉਹਨਾਂ ਦੀ ਜਾਨ ਬਚਾਈ ਸੀ। ਪਿਤਾ ਜੀ ਆਪਣੇ ਦਫ਼ਤਰ ਤੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ। ਮੋਤੀ ਨੇ, ਜੋ ਉਹਨਾਂ ਨਾਲ ਅਚਾਨਕ ਗਿਆ ਹੋਇਆ ਸੀ, ਉਹਨਾਂ ਦੀ ਪਤਲੂਨ ਫੜ ਲਈ। ਪਿਤਾ ਜੀ ਉਸ ਦਾ ਮਤਲਬ ਨਹੀਂ ਸਮਝਦੇ ਸਨ, ਪਰ ਮੋਤੀ ਉਹਨਾਂ ਦੀ ਪਤਲੂਨ ਫੜ ਕੇ ਖਿੱਚੀ ਜਾਂਦਾ ਸੀ। ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਤੇ ਵਿਚਕਾਰ ਪਈ। ਦੋਹਾਂ ਬੂਟਾਂ ਦੇ ਵਿਚਕਾਰ ਇੱਕ ਕਰੂੰਡੀਆ ਗੁੱਛੀ ਹੋਇਆ ਬੈਠਾ ਸੀ। ਇੱਕ ਸੱਪ ਹੈ ਨਾ। ਪਿਤਾ ਜੀ ਛਾਲ ਮਾਰ ਕੇ ਲਾਂਭੇ ਹੋ ਗਏ ਤੇ ਮੋਤੀ ਉਸ ਨੂੰ ਦੇਖ ਕੇ ਭੌਂਕਣ ਲੱਗ ਪਿਆ। ਪਿਤਾ ਜੀ ਨੇ ਇੱਕ ਡਬਲ ਇੱਟ ਨਾਲ ਉਸ ਨੂੰ ਟਿਕਾਣੇ ਲਾ ਦਿੱਤਾ। ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਆਇਆ ਕਰਦਾ ਸੀ। ਇੱਕ ਦਿਨ ਪਿਤਾ ਜੀ, ਮੈਂ ਤੇ ਮੋਤੀ ਅਗਨ ਬੋਟ ਵਿੱਚ ਬੈਠੇ ਸਾਂ। ਜਹਾਜ਼ ਦੇ ਤੁਰਨ ਦਾ ਵਿਸਲ ਹੋ ਚੁੱਕਾ ਸੀ। ਜਹਾਜ਼ ਜੈਟੀ ਨਾਲੋਂ ਨਿਕਲ ਚੁੱਕਾ ਸੀ। ਮੋਤੀ ਮੈਨੂੰ ਨਾ ਦਿਸਿਆ। ਅਚਾਨਕ ਉਹ ਮੈਨੂੰ ਜੈਟੀ ਤੇ ਦਿਸਿਆ। ਮੈਂ ਇੱਕ ਚੀਕ ਚਿਹਾੜਾ ਪਾ ਦਿੱਤਾ। ਪਿਤਾ ਜੀ ਛਾਲ ਮਾਰ ਕੇ ਜੈਟੀ ਤੇ ਚਲੇ ਗਏ। ਮੋਤੀ ਨੂੰ ਗਲੋਂ ਫੜ ਕੇ ਕੱਛ ਵਿੱਚ ਦੇ ਲਿਆ। ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ। ਜਹਾਜ਼ ਤੇ ਜੈਟੀ ਵਿਚਕਾਰ 5-7 ਫੁੱਟ ਦਾ ਪਾੜ ਸੀ ਤੇ ਦਰਿਆ ਹੁਗਲੀ ਛਾਂ-ਛਾਂ ਕਰਦਾ ਵਗ ਰਿਹਾ ਸੀ। ਪਿਤਾ ਜੀ ਨੇ 2 ਕੁ ਕਦਮ ਪਿਛਾਂਹ ਹਟ ਕੇ ਛਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਣ ਚੰਬੜੇ। ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਦੇ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ। ਅਚਾਨਕ ਉੱਪਰਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ, ਤੁਸੀਂ ਬੜੇ ਬਹਾਦਰ ਹੋ। ਤੁਸੀਂ ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ?
ਮੈਂ ਪਿਤਾ ਜੀ ਦੇ ਵਾਕਫ ਮਿਲ ਮੈਨੇਜਰ ਦੀ ਵਹੁਟੀ ਸੀ ਤੇ ਜਾਣਦੀ ਸੀ ਕਿ ਪਿਤਾ ਜੀ ਤਰਨਾ ਨਹੀਂ ਜਾਣਦੇ ਸਨ। ਪਿਤਾ ਜੀ ਨੇ ਉੱਤਰ ਦਿੱਤਾ ਕਿ ਇਹ ਮੇਰਾ ਬੱਚਾ ਇਸ ਕੁੱਤੇ ਨੂੰ ਬੜਾ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਨੂੰ ਆਪਣੇ ਬੱਚੇ ਵਾਂਗ ਪਿਆਰ ਕਰਦਾ ਹਾਂ। ਮੇਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਤਾਂ ਇਹ ਤੁਹਾਡਾ ਬੱਚਾ ਹੈ। ਉਸ ਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਇਸ ਤੋਂ ਬਾਅਦ ਮੈਂ ਵੀ ਮੋਤੀ ਦੀ ਮਿੱਤਰ ਬਣ ਗਈ। ਮੋਤੀ ਮੇਰੇ ਹਰ ਮਿੱਤਰ ਦਾ ਝੱਟ ਦੋਸਤ ਬਣ ਜਾਂਦਾ ਸੀ। ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਤੇ ਪਹੁੰਚਣ ਤੇ ਆਪਣੇ ਬੰਗਲੇ ਦੇ ਵਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ। ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ। ਮੇਮ ਦੇ 2 ਵੱਡੇ ਕੁੱਤੇ ਹੋਰ ਸਨ। ਮੋਤੀ ਉਹਨਾਂ ਨੂੰ ਕਦੇ ਡਾਹੀ ਨਹੀਂ ਸੀ ਦਿੰਦਾ। ਗੁਲਾਬ, ਟਿਊਲਿਪ ਤੇ ਟਮਾਟਰਾਂ ਦੇ ਬੂਟਿਆਂ ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਿਆ ਫਿਰਦਾ। ਵੱਡੇ ਕੁੱਤੇ ਹੱਫ ਜਾਂਦੇ, ਉਹਨਾਂ ਨੂੰ ਛੇੜ ਕੇ ਨੱਸਦਾ। ਪਤਾ ਨਹੀਂ ਇਸ ਨਿੱਕੇ ਜਿਹੇ ਕਤੂਰੇ ਵਿੱਚ ਇਹ ਤਾਕਤ ਕਿੱਥੋਂ ਆ ਗਈ ਸੀ। ਖੁਸ਼ਬੂਦਾਰ ਫੁੱਲਾਂ ਨਾਲ ਖਹਿ ਕੇ ਉਹ ਵੀ ਤੁਰਦਾ ਫਿਰਦਾ ਫੁੱਲ ਜਾਪਦਾ ਸੀ। ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇੱਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ, ਪਰ ਪਿਤਾ ਜੀ ਨੇ ਕੇਵਲ ਇੰਨਾ ਉੱਤਰ ਹੀ ਦਿੱਤਾ ਸੀ ਕਿ ਇਹ ਮੇਰੇ ਬੱਚੇ ਦਾ ਖਿਡੌਣਾ ਹੈ। ਪਤਾ ਨਹੀਂ ਉਹ ਮੈਥੋਂ ਮੇਰਾ ਮਿੱਤਰ ਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖੋਹਣ ਲਈ ਕਿਉਂ ਬੇਚੈਨ ਸੀ। ਪੇਸ਼ ਨਾ ਚੱਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕਰ ਦਿੱਤਾ। ਨੋਟ ਦਿਖਾਏ, ਚਮਕਦੇ ਟਣਕਦੇ ਰੁਪਈਆਂ ਦੀ ਢੇਰੀ ਲਾ ਦਿੱਤੀ। ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਪਤਾ ਨਹੀਂ ਸੀ, ਜਾਂ ਬਚਪਨ ਦਾ ਉਹ ਸਮਾਂ ਸੀ ਜਦੋਂ ਰੁਪਈਆਂ ਪਿੱਛੇ ਨਹੀਂ ਸੀ ਵੇਚੇ ਜਾਂਦੇ, ਜਦੋਂ ਯਾਰ ਰੁਪਈਆਂ ਪਿੱਛੇ ਨਹੀਂ ਸੀ ਵੇਚੇ ਜਾਂਦੇ। ਮੈਂ ਸਾਫ਼ ਨਾ ਕਰ ਦਿੱਤੀ। ਢੇਰ ਚਿਰ ਪਿੱਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ। ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆ ਗਏ। ਉਹਨਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ। ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ। ਸਮਾਨ ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿੱਤੇ ਸਨ। ਟੈਕਸੀ ਤਿਆਰ ਸੀ। ਪਿਤਾ ਜੀ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਲੰਮੇ ਪਾਏ ਗਏ। ਮੋਤੀ ਲਾਗੇ ਖੜਾ ਸੀ। ਮੈਂ ਉਸ ਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਾਨ ਸਾਂ ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦਿੱਤਾ। ਮੋਤੀ ਦੇ ਹੱਕ ਵਿੱਚ ਅੱਖਾਂ ਰਾਹੀਂ ਕੀਤੀ ਅਪੀਲ ਘੂਰੀ ਨਾਲ ਨਾਮਨਜ਼ੂਰ ਹੋਈ। ਕਲਕੱਤੇ ਦੇ ਗਹਿਮਾ ਬਾਜ਼ਾਰਾਂ ਵਿੱਚ ਮੋਤੀ ਮੋਟਰ ਨਾਲ ਦੌੜ ਰਿਹਾ ਸੀ। ਹੈਰੀਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜ ਲਈ ਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਸੂਰਦਾਸ ਦਾ ਭਜਨ ਕਿ ਕਦਮ ਬੜੇ ਆਗੇ ਮਨ ਪਾਛੇ ਵਾਗੇ ਸੁਣ ਕੇ ਹੁਣ ਵੀ ਮੈਨੂੰ ਆਪਣੇ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ। ਗੱਡੀ ਵਿੱਚ ਸੀਟਾਂ ਬੁੱਕ ਸਨ। ਅਸੀਂ ਆਪਣੇ ਡੱਬੇ ਵਿੱਚ ਬੈਠ ਗਏ। 15-20 ਮਿੰਟਾਂ ਬਾਅਦ ਜਦਕਿ ਗੱਡੀ ਚੀਕਾ ਮਾਰ ਕੇ ਤੁਰ ਚੁੱਕੀ ਸੀ, ਮੋਤੀ ਸ਼ੁਦਾਈਆਂ ਵਾਂਗ ਕਿਸੇ ਗਵਾਚੇ ਨੂੰ ਲੱਭਦਾ ਪਲੇਟਫਾਰਮ 'ਤੇ ਦਾਖਲ ਹੋਇਆ। ਮੇਰੇ ਕੋਲ ਰਿਹਾ ਨਾ ਗਿਆ। ਮੈਂ ਆਵਾਜ਼ ਦਿੱਤੀ। ਅੰਨ੍ਹੇਵਾਹ ਨੱਠਦਾ ਮੋਤੀ ਵੀ ਡੱਬੇ ਨਾਲ ਆਣ ਮਿਲਿਆ। ਪਲੇਟਫਾਰਮ ਲੰਘ ਚੁੱਕਾ ਸੀ। ਦੌੜ ਲਾਈਨਾਂ ਵਿੱਚ ਸ਼ੁਰੂ ਹੋ ਸੀ। ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ। ਉਹ ਝਈਆਂ ਲੈਂਦਾ ਸੀ। ਮਾਲੂਮ ਹੁੰਦਾ ਸੀ ਉਹ ਇੱਕ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ, ਪਰ ਬੇਰਹਿਮ ਬੇਦਿਲ ਇੰਜਨ ਤੇਜ਼ ਹੋ ਰਿਹਾ ਸੀ। ਮਾਤਾ ਜੀ ਦੀ ਅੱਖਾਂ ਵਿੱਚ ਅੱਥਰੂ ਵਗ ਰਹੇ ਸਨ। ਪਤਾ ਨਹੀਂ ਕਿਉਂ ਮਾਤਾ ਜੀ ਜੰਜ਼ੀਰ ਖਿੱਚ ਕੇ ਗੱਡੀ ਖੜੀ ਨਹੀਂ ਸਨ ਕਰ ਸਕਦੇ। ਸ਼ਾਇਦ ਮਾਤਾ ਜੀ ਨੂੰ ਵਹਿਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹ ਹੈ। ਮੋਤੀ ਅੱਜ ਦੌੜ ਵਿੱਚ ਹਾਰ ਖਾ ਰਿਹਾ ਸੀ। ਮੈਂ ਜਦ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ ਹਟ ਗਿਆ ਉਸ ਨੂੰ ਵੇਖਦਾ ਰਿਹਾ। ਛਾਲ ਮਾਰਨ ਨੂੰ ਜੀ ਨਹੀਂ ਸੀ ਕਰਦਾ। ਪਿਤਾ ਜੀ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲਿਆਉਂਦੇ। ਮਗਰੋਂ ਸਾਨੂੰ ਗੁਆਂਢੀਆਂ ਦੀ ਚਿੱਠੀ ਆਈ ਸੀ ਕਿ ਲਗਾਤਾਰ 1 ਮਹੀਨਾ ਮੋਤੀ ਸਾਡੇ ਵਿੱਚ ਹੋਏ ਮਕਾਨ ਅੱਗੇ ਬੈਠਾ ਰਿਹਾ ਸੀ। ਦਿਨ ਰਾਤ ਵਿੱਚ 1 ਘੰਟਾ ਉਹ ਗਾਇਬ ਰਹਿੰਦਾ ਸੀ। ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ 'ਤੇ ਦੇਖਣ ਜਾਂਦਾ ਹੋਵੇ। ਇੱਕ ਦਿਨ ਰਾਤੀਂ ਉਹ ਬੜਾ ਰੋਇਆ। ਖਬਰੇ ਉਹ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤਿਆਗਣ ਦੀ ਰਾਤ ਸੀ। ਫਿਰ ਉਸ ਨੂੰ ਕਿਸੇ ਨਹੀਂ ਸੀ ਦੇਖਿਆ। ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵੱਲ ਖਿੱਚਦਾ ਰਹਿੰਦਾ ਹੈ। ਸੋ ਬੇਟਾ, ਇਹ ਸੀ ਕਹਾਣੀ ਇੱਕ ਘਰ ਦੇ ਪਾਲਤੂ ਜੀਵ ਮੋਤੀ ਬਾਰੇ, ਕਿ ਉਸ ਮੋਤੀ ਦਾ ਬੱਚੇ ਦੇ ਨਾਲ ਲਗਾਵ ਜਾਂ ਲੇਖਕ ਦੇ ਨਾਲ ਲਗਾਵ, ਪਰ ਕੁਝ ਹਾਲਾਤ ਅਜਿਹੇ ਬਣੇ ਉਹਨਾਂ ਨੂੰ ਮੋਤੀ ਨੂੰ ਉੱਥੇ ਛੱਡ ਕੇ ਆਉਣਾ ਪਿਆ। ਮੋਤੀ ਨੂੰ ਨਾਲ ਨਹੀਂ ਲਿਆਂਦਾ ਜਾ ਸਕਿਆ, ਪਰ ਲੇਖਕ ਦੱਸਦਾ ਹੈ ਕਿ ਅਜੇ ਵੀ ਮੋਤੀ ਦਾ ਖਿਆਲ ਉਹਨੂੰ ਉਸਦੇ ਪਹਿਲੇ ਜਿਹੜੇ ਰਾਜ ਬੰਗਾਲ ਵੱਲ ਖਿੱਚ ਕੇ ਅਕਸਰ ਲੈ ਜਾਂਦਾ ਹੈ। ਮੋਤੀ ਦੀ ਵਫਾਦਾਰੀ, ਮੋਤੀ ਦੇ ਨਾਲ ਉਸ ਦਾ ਪਿਆਰ ਤੇ ਬੱਚੇ ਦਾ ਲਾਡ, ਬੱਚੇ ਦੇ ਪਿਤਾ ਦਾ ਲਾਡ, ਮੋਹ ਕਿੰਨਾ ਇਸ ਕਹਾਣੀ ਰਾਹੀਂ ਸਾਨੂੰ ਸਮਝ ਆਉਂਦੀ ਹੈ ਕਿ ਜਦ ਮੇਮ ਨੇ, ਕਿਉਂਕਿ ਆਫਿਸਰ ਸੀ, ਮੋਤੀ ਦੀ ਮੰਗ ਕੀਤੀ, ਪਿਤਾ ਜੀ ਨੇ ਉਸੇ ਵੇਲੇ ਕਹਿਤਾ ਨਹੀਂ, ਮੇਰੇ ਬੱਚੇ ਦਾ ਖਿਡੌਣਾ ਹੈ ਤੇ ਮੈਂ ਵੀ ਇਹਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਕਰਦਾ। ਬੱਚਾ ਕਹਿੰਦਾ
ਬਚਪਨ ਸੀ, ਮੇਰੇ ਅੱਗੇ ਪੈਸਿਆਂ ਦੀ ਉਹਨੇ ਢੇਰੀ ਲਾ ਦਿੱਤੀ। ਪਰ ਉਸ ਸਮੇਂ ਮੈਨੂੰ ਮੋਤੀ ਦੀ ਚਮਕ ਜ਼ਿਆਦਾ ਚੰਗੀ ਲੱਗੀ, ਮੋਤੀ ਵਧੀਆ ਲੱਗਾ। ਪੈਸਿਆਂ ਨੂੰ ਮੈਂ ਛੱਡ ਦਿੱਤਾ, ਕਿਉਂਕਿ ਮੋਹ ਦੀ ਕੋਈ ਕੀਮਤ ਨਹੀਂ, ਪਿਆਰ ਦੀ ਕੋਈ ਕੀਮਤ ਨਹੀਂ। ਸੋ ਇਹ ਕਹਾਣੀ ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਪਾਲਤੂ ਜੀਵ ਨੇ ਉਹਨਾਂ ਦੇ ਨਾਲ ਸਾਡਾ ਜਿਹੜਾ ਮੋਹ ਆ, ਪਿਆਰ ਆ, ਉਹ ਕਿਸ ਹੱਦ ਤੱਕ ਚਲਾ ਜਾਂਦਾ। ਹੁਣ ਆਪਾਂ ਬੇਟਾ ਇਸ ਦੇ ਅਭਿਆਸ ਵੱਲ ਆਉਂਦੇ ਹਾਂ। ਇਹ ਪਹਿਲਾਂ ਤੁਹਾਡੇ ਪ੍ਰਸ਼ਨ ਨੇ ਵੱਡੇ। ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ? ਜਦ ਆਪਾਂ ਕਹਾਣੀ ਸ਼ੁਰੂ ਕੀਤੀ ਸੀ ਪੜ੍ਹਨੀ ਤਾਂ ਉਦੋਂ ਇਹਦਾ ਜਵਾਬ ਸੀਗਾ ਕਿ ਲੜਕਾ ਆਪਣੇ ਪਿਤਾ ਦੇ ਨਾਲ ਆਪਣੇ ਉਸਦੇ ਪਿਤਾ ਦੇ ਦੋਸਤ ਦੇ ਘਰ ਜਾਂਦਾ ਹੈ ਅਤੇ ਉੱਥੇ ਮੋਤੀ ਜਿਹੜਾ ਇੱਕ ਉਹਨੂੰ ਸੋਫੇ ਦੇ ਨੀਚੇ ਦਿਸਦਾ ਹੈ ਅਤੇ ਫਿਰ ਉਹ ਥੋੜ੍ਹਾ ਭਾਵੁਕ ਹੁੰਦਾ ਹੈ ਜਾਂ ਮੰਗ ਕਰਦਾ ਹੈ ਅਤੇ ਪਿਤਾ ਦਾ ਦੋਸਤ ਉਸ ਨੂੰ ਸੰਗਲੀ ਫੜਾ ਦਿੰਦਾ ਹੈ ਕਿ ਤੂੰ ਮੋਤੀ ਨੂੰ ਲੈ ਜਾ। ਇਸ ਤਰ੍ਹਾਂ ਲੇਖਕ ਨੂੰ ਮੋਤੀ ਉੱਥੋਂ ਮਿਲ ਜਾਂਦਾ ਹੈ। ਅਗਲਾ ਸਵਾਲ ਹੈਗਾ, ਮੋਤੀ ਹੈਰਾਨ ਕਿਉਂ ਸੀ? ਜਦੋਂ ਮੋਤੀ ਦੀ ਸੰਗਲੀ ਉਸਦੇ ਪਿਤਾ ਦੇ ਦੋਸਤ ਦੁਆਰਾ ਲੇਖਕ ਨੂੰ ਫੜਾਈ ਜਾਂਦੀ ਹੈ ਅਤੇ ਲੇਖਕ ਨੇ ਬੜੀ ਹੀ ਖੂਬਸੂਰਤੀ ਨਾਲ, ਕਹਾਣੀਕਾਰ ਨੇ ਦੱਸਿਆ ਕਿ ਉਹਦਾ ਮਨੋਵਿਗਿਆਨ ਕੁੱਤੇ ਦਾ ਦੱਸਿਆ, ਮੋਤੀ ਦਾ, ਕਿ ਸ਼ਾਇਦ ਮੋਤੀ ਸੋਚ ਰਿਹਾ ਸੀ ਕਿ 2 ਘੜੀ ਦੀ ਪ੍ਰੀਤ ਲਈ ਹੁਣ ਮੈਨੂੰ ਉਮਰ ਕੈਦ, ਕਿ ਬੱਚੇ ਨਾਲ ਮੈਂ 2 ਮਿੰਟ ਖੇਡਿਆ ਅਤੇ ਹੁਣ ਮੈਨੂੰ ਉਮਰ ਕੈਦ ਇੱਥੋਂ ਆਪਣੀ ਮਾਂ ਤੋਂ ਛੁੱਟ ਕੇ ਜਾਂ ਇਸ ਪਰਿਵਾਰ ਤੋਂ ਛੁੱਟ ਕੇ ਦੂਜੇ ਘਰ ਜਾਣਾ ਪਵੇਗਾ। ਅਗਲਾ ਸਵਾਲ, ਮੋਤੀ ਕਾਰਨ ਲੜਕੇ ਨਾਲ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ? ਉਹ ਬੱਚਾ ਦੱਸਦਾ ਹੈ ਕਿ ਮੋਤੀ ਅਕਸਰ ਮੇਰੇ ਨਾਲ ਸਕੂਲ ਚਲਾ ਜਾਂਦਾ ਸੀ, ਪਰ ਇੱਕ ਦਿਨ ਮਾਸਟਰ ਜੀ ਕੋਲ ਮੈਨੂੰ ਸੇਵੀਆਂ ਦਾ ਸਵਾਦ ਚੱਖਣਾ ਪਿਆ ਅਤੇ ਮਾਸਟਰ ਜੀ ਸੇਵੀਆਂ ਦੇ ਸਵਾਦ, ਚਪੇੜਾ ਮਾਰਨ ਨੂੰ ਸੇਵੀਆਂ ਦਾ ਸਵਾਦ ਆਖਦੇ ਹੁੰਦੇ ਸੀਗੇ ਅਤੇ ਲੜਕੇ ਨੂੰ ਜਿਹੜੀ ਉਹ ਮਾਰ ਪਈ ਸੀ ਉਹ ਮੋਤੀ ਕਾਰਨ ਪਈ ਸੀ। ਅਗਲਾ ਸਵਾਲ, ਮੋਤੀ ਵਿੱਚ ਕਿਹੜੇ ਕਿਹੜੇ ਗੁਣ ਸਨ? ਬੱਚਾ ਦੱਸਦਾ ਹੈ ਕਿ ਮੋਤੀ ਵਿੱਚ ਬਹੁਤ ਸਾਰੇ ਗੁਣ ਸਨ। ਘਰ ਦੀ ਰਾਖੀ ਵੀ ਕਰਦਾ ਸੀ, ਦੂਰ ਕੋਈ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ ਅਤੇ ਜਦੋਂ ਵੀ ਬੱਚਾ ਉਸਨੂੰ ਸਿਟ ਡਾਊਨ ਕਹਿੰਦਾ ਸੀ ਅਤੇ ਉਹ ਕੰਗਾਰੂਆਂ ਵਾਂਗ ਅਗਲੇ ਦੋਵੇਂ ਪੰਜੇ ਚੁੱਕ ਕੇ ਬੈਠ ਜਾਂਦਾ ਸੀਗਾ ਅਤੇ ਹਨੇਰੀਆਂ ਰਾਤਾਂ ਵਿੱਚ ਛੋਟੇ ਲਮਕਾਈ ਨਾਲ ਨਿੱਕੀਆਂ ਲਾਲਟੈਨਾਂ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤੀਆਂ ਵਿੱਚ ਚਾਨਣ ਵੀ ਕਰਦਾ ਸੀਗਾ। ਅਤੇ ਇੱਕ ਵਾਰ ਤਾਂ ਉਸਦੇ ਪਿਤਾ ਜੀ ਦੀ ਉਸਨੇ ਜਾਨ ਵੀ ਬਚਾਈ ਸੀਗੀ ਕਿ ਜਦ ਉਹਨਾਂ ਦੀ ਪਤਲੂਨ ਖਿੱਚ ਕੇ ਉਹਨਾਂ ਨੂੰ ਪਾਸੇ ਕਰ ਰਿਹਾ ਸੀ, ਕਿਉਂਕਿ ਉਹਨਾਂ ਦੇ ਪੈਰਾਂ ਦੇ ਹੇਠ ਇੱਕ ਜਿਹੜਾ ਸੱਪ ਮਤਲਬ ਇਕੱਠਾ ਹੋ ਕੇ ਬੈਠਿਆ ਪਿਆ ਸੀਗਾ। ਅਗਲਾ ਸਵਾਲ ਹੈ ਬੇਟਾ, ਲੜਕੇ ਨੂੰ ਮੇਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਅਤੇ ਕਿਉਂ? ਜਦੋਂ ਮੇਮ ਵੀ ਉਹ ਮੋਤੀ ਦੀ ਦੋਸਤ ਬਣ ਗਈ ਅਤੇ ਉਹ ਮੋਤੀ ਨੂੰ ਆਪਣੇ ਘਰ, ਮੋਤੀ ਉਹਨਾਂ ਦੇ ਘਰ ਜਾਣ ਲੱਗ ਗਿਆ ਅਤੇ ਉਹ ਅਕਸਰ ਜੋ ਕੁਛ ਖਾਣ ਨੂੰ ਦਿੰਦੀ, ਲੜਕੇ ਨੂੰ ਵੀ ਬੜਾ ਕੁਝ ਖਾਣ ਨੂੰ ਮਿਲ ਜਾਂਦਾ। ਲੜਕਾ ਦੱਸਦਾ ਹੈ ਕਿ ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਅਤੇ ਸੈਂਡਵਿਚਾਂ ਦੇ ਬਹੁਤ ਸਾਰਾ ਇਹੋ ਜਿਹਾ ਖਾਣ ਨੂੰ ਚੀਜ਼ਾਂ ਮਿਲਿਆ ਕਰਦੀਆਂ ਸੀਗੀਆਂ। ਅਗਲਾ ਸਵਾਲ ਹੈਗਾ ਕਿ ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ ਕਿਹੜੇ ਫੁੱਲ ਖਿੜੇ ਹੋਏ ਸਨ? ਉੱਥੇ ਉਹਨਾਂ ਜਦੋਂ ਮੋਤੀ ਦੌੜਦਾ ਹੈ ਫੁੱਲਾਂ ਦੇ ਵਿੱਚ, ਜਦੋਂ ਲੇਖਕ ਦੱਸਦਾ ਕਿ ਉਹ ਆਪ ਵੀ ਇੱਕ ਕਿਸਮ ਦਾ ਫੁੱਲ ਹੀ ਲੱਗਦਾ ਸੀਗਾ। ਉਹ ਦੱਸਦਾ ਹੈ ਗੁਲਾਬ, ਟਿਊਲਿਪ ਅਤੇ ਟਮਾਟਰਾਂ ਦੇ ਬੂਟਿਆਂ ਦੇ ਉੱਤੇ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਦਾ ਫਿਰਦਾ ਹੈ, ਕਿ ਉਹਨਾਂ ਦੇ ਵੀ ਜਿਹੜੇ ਫੁੱਲ ਸੀਗੇ ਉਹ ਉਹਨਾਂ ਫੁੱਲਾਂ ਦੇ ਵਿੱਚ ਹੀ ਉਹ ਫੁੱਲ ਬਣ ਕੇ ਦੌੜਦਾ ਸੀਗਾ। ਹੁਣ ਅਗਲਾ ਸਵਾਲ ਹੈਗਾ ਬੇਟਾ, ਦੱਸੋ ਮੋਤੀ ਦਾ ਸੁਭਾਅ ਕਿਹੋ ਜਿਹਾ ਸੀਗਾ? ਇਹ ਹੁਣ ਤੁਸੀਂ ਸਾਰਾ ਜਦੋਂ ਪਾਠ ਪੜ੍ਹਿਆ, ਆਪਾਂ ਸਮਝਿਆ ਚੰਗੀ ਤਰ੍ਹਾਂ, ਉਹਦੇ ਆਧਾਰ 'ਤੇ ਇਹਦਾ ਸੁਭਾਅ ਸਾਹਮਣੇ ਆਉਂਦਾ ਕਿ ਮੋਤੀ ਜਿਹੜਾ ਇੱਕ ਬੜਾ ਹੀ ਪਿਆਰਾ ਕੁੱਤਾ ਸੀਗਾ। ਉਹ ਉਹਨਾਂ ਦੇ ਘਰ ਦੀ ਰਾਖੀ ਵੀ ਕਰਦਾ ਸੀ, ਉਹਨਾਂ ਨਾਲ ਮੁਹੱਬਤ ਵੀ ਕਰਦਾ ਸੀਗਾ ਅਤੇ ਦੱਸੋ ਅਖੀਰਲੀ ਘਟਨਾ ਤੋਂ ਵੀ ਉਹਦੀ ਉਡੀਕ ਵਿੱਚ ਕਿੰਨਾ ਚਿਰ, ਉਹਨਾਂ ਦੇ ਜਾਣ ਮਗਰੋਂ ਵਿੱਚ ਘਰ ਦੇ ਬਾਹਰ ਕਿੰਨਾ ਚਿਰ ਖੜਿਆ ਰਹਿੰਦਾ ਸੀਗਾ ਕਿ ਸ਼ਾਇਦ ਉਹਦਾ ਮਿੱਤਰ ਵਾਪਸ ਆ ਜਾਵੇ। ਉਹਨੂੰ ਉਡੀਕਦਾ ਰਹਿੰਦਾ, 1 ਘੰਟੇ ਵਾਸਤੇ ਕਿਤੇ ਜਾਂਦਾ ਸੀ, ਬਾਕੀ ਦਾ ਸਮਾਂ ਉੱਥੇ ਹੀ ਬੈਠਾ ਰਹਿੰਦਾ ਸੀਗਾ। ਮੋਤੀ ਦੀਆਂ ਇਹ ਗਤੀਵਿਧੀਆਂ, ਮੋਤੀ ਦਾ ਉਹਨਾਂ ਦੇ ਨਾਲ ਮੋਹ ਉਹਦੇ ਸੁਭਾਅ ਨੂੰ ਉਗਾੜਦਾ ਹੈ। ਅਤੇ ਬੇਟਾ ਔਖੇ ਸ਼ਬਦਾਂ ਦੇ ਅਰਥ ਹੈਗੇ ਨੇ, ਤੁਸੀਂ ਇਹਨਾਂ ਨੂੰ ਕਾਪੀ 'ਤੇ ਨੋਟ ਕਰ ਲੈਣਾ। ਸਭ ਤੋਂ ਪਹਿਲਾਂ ਹੈਗਾ ਕਾਊਚ, ਸੋਫਾ, ਇਹ ਮੈਂ ਤੁਹਾਨੂੰ ਦੱਸ ਦਿੱਤਾ ਸੀ। ਬੂਥੀ, ਤੁਹਾਨੂੰ ਪਤਾ ਹੈ ਕਿ ਸਾਡੇ ਚਿਹਰੇ ਨੂੰ, ਮੂੰਹ ਨੂੰ ਬੂਥੀ ਆਖ ਦਿੰਦੇ ਨੇ। ਰਜ਼ੋਈ, ਬੇਨਤੀ। ਤਰਬ ਕੇ, ਇੱਕਦਮ ਡਰ ਕੇ ਜਾਂ ਘਬਰਾ ਕੇ। ਵਾਕਫ ਮੀਨ ਜਾਣਕਾਰ। ਮਨਜ਼ੂਰ, ਪ੍ਰਵਾਨ ਕਰਨਾ, ਮੰਨਣਾ। ਅਫਸੋਸਿਆ, ਚਿੰਤਾਤਰ, ਜਿਸ ਨੂੰ ਪਛਤਾਵਾ ਲੱਗਿਆ ਹੋਇਆ ਹੈ। ਆਪਣੇ ਵੰਡੇ ਦਾ, ਆਪਣੇ ਹਿੱਸੇ ਦਾ ਇਹਨੂੰ ਕਿਹਾ ਜਾਂਦਾ। ਕਰੂੰਡੀਆ, ਇਕੱਠਾ ਹੋ ਕੇ ਬਹਿਣਾ,
ਰੂਲ ਡੰਡਾ। ਹੁਣ ਇਹ ਹੈਗੇ ਆ ਵੀ ਕਿਹੜੇ ਵਾਕ ਜਾਂ ਕਿਹੜੇ ਸ਼ਬਦ ਕਿਸ ਨੇ ਕਿਸ ਨੂੰ ਕਹੇ, ਇਹ ਤੁਸੀਂ ਸੋਚ ਕੇ ਦੱਸਣਾ। ਮੈਂ ਪੁੱਛਣ ਲੱਗਾ, ਤੁਸੀਂ ਫਿਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ? ਯਾਦ ਆਇਆ? ਹਾਂ, ਇਹ ਵਾਕ ਲੜਕੇ ਦੇ ਮਾਤਾ ਜੀ ਨੇ ਲੜਕੇ ਦੇ ਪਿਤਾ ਜੀ ਨੂੰ ਉਸ ਵੇਲੇ ਕਹੇ ਜਦੋਂ ਮੋਤੀ ਲੈ ਕੇ ਘਰ ਆਉਂਦੇ ਨੇ। ਇਹ ਕੁੱਤਾ ਮੇਰਾ ਹੀ ਹੈ, ਇਹ ਸ਼ਬਦ ਲੜਕੇ ਨੇ ਆਪਣੇ ਮਾਸਟਰ ਜੀ ਨੂੰ ਕਹੇ ਜਦ ਮਾਸਟਰ ਜੀ ਪੁੱਛਦੇ ਵੀ ਇਹ ਕੁੱਤਾ ਕਿਸ ਦਾ, ਜਦੋਂ ਕੁੱਤੇ ਨੂੰ ਕਲਾਸ ਵਿੱਚ ਦੇਖ ਲੈਂਦੇ ਨੇ। ਸੋ ਬੇਟਾ, ਇਹ ਅਭਿਆਸਾਂ ਤੋਂ ਬਿਨਾਂ ਤੁਹਾਡੇ ਵਿਆਕਰਨ ਦਾ ਹੈਗਾ ਇਨਾਮ। ਤੁਸੀਂ ਇੰਝ ਕਰਨਾ ਹੈ, ਆਪਣੀ ਇਸ ਪੁਸਤਕ ਵਿੱਚੋਂ ਆਪਣੀ ਪਸੰਦ ਦੇ ਕੋਈ ਵੀ 5 ਜਾਂ 10 ਨਾਮ ਸ਼ਬਦ ਚੁਣਨੇ ਨੇ ਤੇ ਉਹਨਾਂ ਨੂੰ ਆਪਣੀ ਕਾਪੀ 'ਤੇ ਲਿਖਣਾ ਹੈ ਤੇ ਫਿਰ ਆਪਣੇ ਅਧਿਆਪਕਾਂ ਕੋਲੋਂ ਚੈੱਕ ਕਰਵਾਉਣਾ ਹੈ। ਅਗਲੇ ਦਿਨ ਫਿਰ ਕਿਸੇ ਦਿਨ ਨਵੀਂ ਕਹਾਣੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗਾ। ਦੁਆਬਾ ਰੇਡੀਓ।